ਦੇਖਾਂਗੇ ਕਿ ਜਦੋਂ ਆਪਾਂ ਵਚਨ ਚ ਵੇਖਦੇ ਆ ਕਿ ਉਦਾਹਰਨ ਜਦੋਂ ਆਪਾਂ ਸਮਝਨੇ ਆ ਤਾਂ ਆਪਾਂ ਨੂੰ ਇਹ ਗੱਲ ਪਤਾ ਚੱਲ ਜਾਂਦੀ ਹੈ ਕਿ ਉਦਾਹਰਨ ਜਿਹੜੀ ਹੈ ਉਹ ਕਿਸੇ ਇਨਸਾਨ ਲਈ ਨਹੀਂ ਬਲਕਿ ਉਸ ਇਨਸਾਨ ਲਈ ਜੋ ਉਹਨੂੰ ਮੰਨਣਾ ਚਾਹੁੰਦਾ ਹੈ। ਉਸ ਲਈ ਨਹੀਂ ਕਿਹੜਾ ਉਹਨੂੰ ਸੁਣ ਕੇ ਕੰਨ ਚੋਂ ਕੱਢ ਦੇਵੇ, ਪਰ ਉਸ ਲਈ ਇਹ ਜੋ ਉਹਨੂੰ ਮੰਨਣਾ ਚਾਹੁੰਦਾ ਤੇ ਉਹਦੇ ਪਿੱਛੇ ਚੱਲਣਾ ਚਾਹੁੰਦਾ ਹੈ। ਪਹਿਲਾਂ ਤਾਂ ਆਪਾਂ ਦੇਖਾਂਗੇ ਯਹੋਨਾ 8:29 ਯਹੋਨਾ 8:29 ਹਾਂਜੀ पढ़ दो। और जिन मैनू कलिया जी ਉਹ ਮੇਰੇ ਸੰਗ ਹੈ। ਹਾਂਜੀ ਉਸਨੇ ਮੈਨੂੰ ਇਕੱਲੇ ਨੂੰ ਨਹੀਂ ਛੱਡਿਆ ਜੀ ਕਿਉਂ ਜੋ ਮੈਂ ਸਦਾ ਉਹ ਕੰਮ ਕਰਦਾ ਹਾਂ ਜੀ ਜਿਹੜਾ ਉਸ ਨੂੰ ਭਾਉਂਦੇ ਹਨ। ਹਾਲੇਲੂਇਆ। ਕਿ ਪ੍ਰਭੂ ਯੀਸ਼ੂ ਇਹ ਗੱਲ ਕਹਿ ਰਿਹਾ ਕਿ ਮੈਂ ਸਦਾ ਉਹ ਕੰਮ ਕਰਨਾ ਜਿਹੜੇ ਪਰਮੇਸ਼ਰ ਨੂੰ ਪਾਉਂਦੇ ਕਿ ਉਹ ਆਪਣੀ ਇੱਛਾ ਪੂਰੀ ਕਰਨ ਲਈ ਆਇਆ ਸੀ। ਕੀ ਕਰਨਾ ਸੀ? ਪਰਮੇਸ਼ਰ ਦੀ ਇੱਛਾ ਪੂਰੀ ਕਰਨ ਆਇਆ ਸੀ। ਹਾਲਾਂਕਿ ਉਹਦੇ ਕੋਲ ਸਾਰੇ ਅਧਿਕਾਰ ਹੈਗੇ ਸੀ। ਉਹਦੇ ਕੱਪੜੇ ਛੂਹਣ ਨਾਲ ਲੋਕੀ ਚੰਗੇ ਹੋ ਜਾਂਦੇ ਸੀ और उसके वचन नाल ही लोग चंगे हो जाते, पर उन्हें कभी भी ये अधिकार आपके आप उन्हें जिता नहीं दिता कि मैं कर सकना। प्रभु यीशु ने कभी नहीं ये कहा कि मैं सब कुछ कर सकना, बल्कि परमेश्वर द्वारा ही सब कुछ कर सकते। फिर उनके दास होए और उसने कहा कि मैं सब कुछ कर सकना, पर आपकी सामर्थ नाल नहीं बल्कि उसकी सामर्थ नाल ਜਿਹੜਾ ਮੇਰੇ ਵਿੱਚ ਤੇ ਜਿੰਦੀ ਸਾਮਰਥ ਨਾਲ ਸਭ ਕੁਝ ਕਰ ਸਕਣਾ। ਹਾਲੇਲੂਇਆ। ਤਾਂ ਇੱਥੇ ਸਭ ਤੋਂ ਪਹਿਲਾਂ ਤਾਂ ਵੇਖੇ ਪ੍ਰਭੂ ਯੀਸ਼ੂ ਵੀ ਕਹਿੰਦਾ ਹੈ ਕਿ ਮੈਂ ਉਸ ਅਧਿਕਾਰ ਨਾਲ ਕਰਨਾ, ਉਸ ਦੀ ਗੱਲ ਮੰਨ ਕੇ ਜੋ ਕਹਿੰਦਾ ਮੈਂ ਉਹੀ ਕਰਨਾ। ठीक है जी। फिर आप उस तो बाद पढ़ांगे यूहन्ना 17:4 यूहन्ना 17:4 ਜਿਹੜਾ ਕੰਮ ਤੈਂ ਮੈਨੂੰ ਕਰਨ ਲਈ ਦਿੱਤਾ ਸੀ जी ਉਹ ਪੂਰਾ ਕਰਕੇ जी। ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ। ਹਾਲੇਲੂਇਆ। ਇੱਥੇ ਕੀ ਹੋ ਰਿਹਾ ਕਿ ਇੱਕ ਕੰਮ ਦਿੱਤਾ ਹੈ ਪਰਮੇਸ਼ਰ ਨੇ ਪ੍ਰਭੂ ਯੀਸ਼ੂ ਨੂੰ, ਉਹ ਕੀ ਕਰਦਾ ਕਿ ਅਧੀਨਗੀ ਨਾਲ ਉਹਨੂੰ ਪੂਰਾ ਕਰਦਾ। ਉਹ ਨਹੀਂ ਕਿ ਕਰਦਾ ਵੀ ਆਪਣੀ ਮਰਜ਼ੀ ਪੂਰੀ ਹੋਵੇ। ਆਪਾਂ ਜਾਣਦੇ ਹਾਂ ਕਿ ਪ੍ਰਭੂ ਯੀਸ਼ੂ ਨੇ ਅੰਤਿਮ ਸਮੇਂ ਵਿੱਚ ਜਦੋਂ ਗੈਤਸਮਨੀ ਬਾਗ 'ਚ ਪ੍ਰਾਰਥਨਾ ਕਰ ਰਹੇ ਸੀ ਤੇ ਇਹ ਕਿਹਾ ਪ੍ਰਭੂ ਮੇਰੀ ਮਰਜ਼ੀ ਨਹੀਂ ਬਲਕਿ ਤੇਰੀ ਇੱਛਾ ਪੂਰੀ ਹੋਵੇ। ਜਦੋਂ ਆਪਾਂ ਕਿਸੇ ਦੇ ਅਧੀਨ ਰਹਿੰਦੇ ਆ ਨਾ ਤੇ ਆਪਣੀ ਮਰਜ਼ੀ ਨਹੀਂ ਕਰਦੇ। ਜਦੋਂ ਆਪਾਂ ਕਿਸੇ ਦੇ ਅਧੀਨ ਹੁੰਦੇ ਆਪਣੀ ਮਰਜ਼ੀ ਨਹੀਂ ਕਰਦੇ, ਪਰ ਜਦੋਂ ਆਪਾਂ ਕਿਸੇ ਦੇ ਅਧੀਨ ਨਹੀਂ ਹੁੰਦੇ ਉਦੋਂ ਆਪਾਂ ਮਨ ਮਰਜ਼ੀ ਕਰਦੇ ਹਾਂ। ਹਾਲੇਲੂਇਆ। ਤੇ ਜਦੋਂ ਆਪਾਂ ਪ੍ਰਭੂ ਵਿੱਚ ਵਧਣਾ ਚਾਹਣੇ ਆ ਨਾ ਤਾਂ ਆਪਾਂ ਆਪਣੀ ਮਰਜ਼ੀ ਨਹੀਂ ਕਰਾਂਗੇ ਬਲਕਿ ਕਹਾਂਗੇ ਪ੍ਰਭੂ ਤੇਰੀ ਇੱਛਾ ਪੂਰੀ ਹੋਵੇ। ਇਹ ਤਾਂ ਪ੍ਰਭੂ ਯੀਸ਼ੂ ਦੇ ਜੀਵਨ 'ਚ ਵੇਖਿਆ ਕਿ ਉਹਨਾਂ ਨੇ ਕੀ ਕੀਤਾ, ਆਪਣੀ ਇੱਛਾ ਨਹੀਂ ਬਲਕਿ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕੀਤਾ। ਹੁਣ ਪ੍ਰਭੂ ਕੀ ਕਰਦੇ ਨੇ, ਆਪਣੇ ਚੇਲਿਆਂ ਨੂੰ ਸਿਖਾਉਂਦੇ ਨੇ। ਚੇਲਿਆਂ ਨੂੰ ਕਿਵੇਂ ਸਿਖਾਉਣਗੇ ਉਹ ਵਚਨ 'ਚ ਆਪਾਂ ਪੜਾਂਗੇ ਮਤੀ 20:28 ਮਤੀ 20:28। ਪਹਿਲਾਂ ਕੀ ਵੇਖਿਆ ਆਪਾਂ ਕਿ ਯੀਸ਼ੂ ਮਸੀਹ ਕਿੱਦਾਂ ਅਧੀਨ ਰਹਿ ਕੇ ਕੰਮ ਕਰਦੇ ਨੇ ਆਪਣੇ ਪਿਤਾ ਦੇ। ਹੁਣ ਯੀਸ਼ੂ ਮਸੀਹ ਆਪਣੇ ਚੇਲਿਆਂ ਨੂੰ ਸਿਖਾਉਂਦੇ ਪਏ ਨੇ ਕਿ ਕਿਸ ਤਰ੍ਹਾਂ ਆਪਾਂ ਕੰਮ ਕਰਨਾ ਹੈ। ਹਾਂਜੀ ਪੜ੍ਹੀਏ ਮਤੀ 20:28। ਜਿਵੇਂ ਮਨੁੱਖ ਦਾ ਪੁੱਤਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। ਹਾਲੇਲੂਇਆ। ਇੱਥੇ ਆਪਾਂ ਇਹ ਕਹਿੰਦੇ ਹਾਂ ਕਿ ਪ੍ਰਭੂ ਯੀਸ਼ੂ ਜਿਹੜਾ ਹੈ ਆਪਣੀ ਜੋ ਹੈ ਨਾ ਸੇਵਾ ਕਰਾਉਣ ਲਈ ਆਇਆ। ਕੀ ਕਰਨਾ ਹੈ? ਸੇਵਾ ਕਰਨ ਲਈ ਆਇਆ। ਫਿਰ ਉਹਨੂੰ ਉਦਾਹਰਨ ਦਿੱਤੀ ਪ੍ਰਭੂ ਯੀਸ਼ੂ ਨੇ। ਉਦਾਹਰਨ ਕਿੱਦਾਂ ਦਿੱਤੀ ਕਿ ਉਹਨੇ ਆਪਣੇ ਚੇਲਿਆਂ ਦੇ ਪੈਰ ਧੋਤੇ। ਹਾਲੇਲੂਇਆ। ਆਪਣੇ ਚੇਲਿਆਂ ਦੇ ਪੈਰ ਧੋਤੇ ਕਿ ਚਾਲੇ ਸਮਝ ਜਾਣਗੇ ਕਿ ਮੈਂ ਕਿ ਇਹਨਾਂ ਤੇ ਕੋਈ ਰਾਜ ਕਰਨ ਨਹੀਂ ਹੈ, ਕੋਈ ਗੁਰੂ ਨਹੀਂ ਬਣਨ ਆਇਆ। ਕਿਉਂਕਿ ਜਦੋਂ ਕੋਈ ਵੱਡੀ ਪਦਵੀ ਤੇ ਜਾਂਦਾ ਨਾ ਉਹਨੂੰ ਥੱਲੇ ਆਣਾ ਬਹੁਤ ਔਖਾ ਹੋ ਜਾਂਦਾ। ਕੋਈ ਕੁਰਸੀ ਤੇ ਬਹਿ ਜਾਵੇ ਜਾਂ ਕਿੱਦਾਂ ਮਤਲਬ ਕੋਈ ਵੱਡੀ ਪਦਵੀ ਤੇ ਚਲੇ ਜਾਵੇ ਨਾ, ਆਪਾਂ ਸੰਸਾਰਿਕ ਲੋਕਾਂ ਦੀ ਗੱਲ ਕਰਦੇ ਹਾਂ, ਪਰਮੇਸ਼ਰ ਦੇ ਬੰਦਿਆਂ ਦੀ। ਸੰਸਾਰਿਕ ਲੋਕ ਕੀ ਕਰਦੇ ਨੇ, ਜਦੋਂ ਪਦਵੀ ਤੇ ਬਹਿ ਜਾਂਦੇ ਨੇ ਉਹਨਾਂ ਨੂੰ ਥੱਲੇ ਲਿਆਣਾ ਬੜਾ ਔਖਾ ਹੋ ਜਾਂਦਾ ਹੈ। ਪਰ ਪ੍ਰਭੂ ਨੇ ਬਹੁਤ ਹੀ ਵਧੀਆ ਗੱਲ ਆਪਾਂ ਨੂੰ ਸਿਖਾਈ ਹੈ ਕਿ ਜੇ ਆਪਾਂ ਵੱਡੇ ਬਣਨਾ ਚਾਹੁੰਦੇ ਤਾਂ ਆਪਾਂ ਨੂੰ ਕਹਿੰਦੇ ਬੱਚੇ ਵਾਂਗੂ ਬਣਨਾ ਪਏਗਾ। ਆਪਾਂ ਨੂੰ ਪਰਮੇਸ਼ਰ 'ਚ ਵਧਣ ਲਈ ਕੀ ਕਰਨਾ ਪਏਗਾ? ਸਭ ਤੋਂ ਪਹਿਲਾਂ ਆਪਣੇ ਆਪ ਨੂੰ ਝੁਕਾਉਣਾ ਪਏਗਾ, ਆਪਣੀ ਮੈਂ ਨੂੰ ਕੱਢਣਾ ਪਏਗਾ ਕਿ ਮੈਂ ਕੁਛ ਹੈਗਾ। ਹਾਲੇਲੂਇਆ। ਪ੍ਰਭੂ ਯੀਸ਼ੂ ਨੇ ਸਵਰਗ ਛੱਡ ਕੇ ਇਸ ਧਰਤੀ ਤੇ ਕਿਉਂ ਆਏ? ਤਾਂ ਕਿ ਲੋਕਾਂ ਨੂੰ ਸਿਖਾਉਣ ਕਿ ਜੇ ਮੈਂ ਉਸ ਜਗ੍ਹਾ ਨੂੰ ਛੱਡ ਸਕਣਾ ਜਿੱਥੇ ਸਭ ਕੁਝ ਸੁਵਿਧਾਵਾਂ ਨੇ, ਸਾਰਾ ਕੁਝ ਹੈਗਾ ਮੇਰੇ ਕੋਲ। ਪ੍ਰਭੂ ਯੀਸ਼ੂ ਧਰਤੀ ਤੇ ਭੁੱਖੇ ਵੀ ਰਹੇ, ਪਿਆਸੇ ਵੀ ਰਹੇ, ਕਿੰਨੀ ਤਕਲੀਫ ਸਹਿਣੀ ਪਈ, ਲੋਕਾਂ ਦੀਆਂ ਗੱਲਾਂ ਵੀ ਸਹਿਣੀਆਂ ਪਈਆਂ, ਸੁਣਨੀਆਂ ਪਈਆਂ, ਮਾਰ ਵੀ ਖਾਣੀ ਪਈ, ਪਰ ਇਹ ਸਾਰੀਆਂ ਗੱਲਾਂ ਸਹਿ ਕੇ ਉਹਨਾਂ ਨੇ ਇਹ ਦੱਸਿਆ ਕਿ ਅਧੀਨ ਕਿਵੇਂ ਰਹਿਣ। ਹਾਲੇਲੂਇਆ। ਉਹੀ ਉਹਨਾਂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਜੇ ਮੇਰੇ ਪਿੱਛੇ ਚੱਲਣਾ ਹੈ ਤਾਂ ਸਭ ਕੁਝ ਛੱਡ ਕੇ ਸਾਰੀਆਂ ਗੱਲਾਂ ਭੁੱਲ ਕੇ ਮੇਰੇ ਪਿੱਛੇ ਚੱਲਣਾ ਪਏਗਾ। ਤੇ ਉਸੇ ਤਰ੍ਹਾਂ ਪ੍ਰਭੂ ਦੇ ਜਿਹੜੇ ਚੇਲੇ ਨੇ ਉਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਪ੍ਰਭੂ ਵੱਲ ਧਿਆਨ ਕਰਦੇ। ਹਾਲੇਲੂਇਆ। ਫਿਰ ਆਪਾਂ ਵੇਖਦੇ ਹਾਂ ਕਿ ਜਦੋਂ ਪ੍ਰਭੂ ਯੀਸ਼ੂ ਇਹ ਗੱਲਾਂ ਦੱਸਦੇ ਪਏ ਸੀਗੇ ਤਾਂ ਉਹਨਾਂ ਨੂੰ ਗੱਲਾਂ ਸਮਝ ਆ ਵੀ ਗਈਆਂ, ਪਰ ਫਿਰ ਕਈ ਵਾਰੀ ਉਹ ਗੱਲਾਂ ਤੋਂ ਭੱਜ ਜਾਂਦੇ ਸੀਗੇ। ਕਿੱਦਾਂ ਭੱਜਦੇ ਸੀ ਕਿ ਉਹ ਪ੍ਰਭੂ ਦੀਆਂ ਗੱਲਾਂ ਨੂੰ ਸੁਣ ਕੇ ਹਾਲਾਤਾਂ ਨੂੰ ਦੇਖ ਲੈਂਦੇ ਸੀ। ਜਦੋਂ ਆਪਾਂ ਹਾਲਾਤਾਂ ਵੱਲ ਧਿਆਨ ਕਰਨੇ ਆ ਨਾ ਤਾਂ ਉਦੋਂ ਆਪਾਂ ਨੂੰ ਲੱਗਦਾ ਕਿ ਉਹ ਆਪਣੇ ਆਪ ਨੂੰ ਕੋਈ ਵੱਡਾ ਕਰਨਾ ਚਾਹੁੰਦੇ, ਛੋਟਾ ਕਰਨਾ ਚਾਹੁੰਦੇ, ਆਪਣੇ ਦਿਮਾਗ ਦੀ ਸੋਚ ਆਪਣੇ ਅੱਗੇ ਆ ਜਾਂਦੀ ਹੈ। ਕਦੀ ਆਪਾਂ ਆਪਣੀ ਸੋਚ ਅੱਗੇ ਨਹੀਂ ਲਿਆਣੀ। ਜਦੋਂ ਆਪਾਂ ਪ੍ਰਭੂ 'ਚ ਵਧਣਾ ਹੈ ਨਾ ਤਾਂ ਪ੍ਰਭੂ ਦੀ ਸੋਚ ਨਾ ਸੋਚੋ ਕਿ ਪ੍ਰਭੂ 'ਚ ਵਧਣ ਲਈ ਆਪਾਂ ਨੂੰ ਕੀ ਕਰਨਾ ਪਏਗਾ। ਸਭ ਤੋਂ ਪਹਿਲਾਂ ਕਿ ਉਹਦੇ ਕਰੈਕਟਰ ਨੂੰ ਵੇਖੋ ਕਿ ਪ੍ਰਭੂ ਯੀਸ਼ੂ ਕਿਵੇਂ ਵਧਿਆ। ਪ੍ਰਭੂ ਯੀਸ਼ੂ ਇੱਕ ਬਹੁਤ ਹੀ ਵਧੀਆ ਕੀ ਲੀਡਰ ਸੀਗਾ।
जिन्हें अपने दासां नूं बहुत ही चंगी तरह लीड किया। सब तो पहला वो लीडिंग कितों लैंदा सी, पिता तो उनके कोल प्रार्थना करके उनको सारा कुछ सुनता सी, उन्हें गल्लां मनदा सी, सारी रात प्रार्थना करदा सुनदा सी प्रभु मैं की करना है। अगले दिन फिर भीड़ आ जाती सी उन्हां कोल, फिर उन्होंने पता लगदा कि इहदे नाल किद्दां गल करनी। उधर फरीसी सी उनके अगे, फरीसी भी आपदियां मतलब चलाकियां करदे सी कि अज इहनूं फसा लईए, कोई आह गल कर दे, कोई आह गल पुछ लईए। वो सारियां गल्लां नूं वेख के भी की करदा सी, प्रभु दे अधीन रहिंदा होया चल के, अपने पिता दे अधीन रहिंदा होया चल के वो सारिਆਂ ਦਾ सामना कर पांदा सी, क्योंकि पवित्र आत्मा जिहड़ी उनदी सहायता करदा सी किस समय ते की कहना। हालेलुया। फिर उस तो बाद जदों प्रभु यीशु मसीह चले गए, चेलियां नूं उन्होंने तैयार किया, पवित्र आत्मा उन्होंने ऊपर आया, तो पवित्र आत्मा ने भी उन्होंने किहड़ी गल्लां दसियां जिहड़ियां प्रभु यीशु ने कीतियां। उन्हें कोई अपने वालों कोई गल नहीं कही। हुण जो आपां देखीए कि पवित्र आत्मा विच इन्नी सामर्थ सी कि वो तां इंसानां नूं उड़ा के लै जांदा सी, इंसानां नूं उड़ा के लै जांदा सी। आपां प्रेरितां दी किताब च पढ़िया ना, एक इंसान नूं दूजी जगह उड़ा के लै गया। हालेलुया। पर पवित्र आत्मा इत्थे कोई भी गल करदा सी अपनी मर्जी नाल, अथॉरिटी नाल नहीं करदा सी, हालांकि वो सब कुछ कर सकदा सी। प्रभु यीशु ने भी कहा कि मेरे विरुद्ध कोई गल की गई वो तो क्षमा हो जाएगी, जो मनुष्य के पुत्र प्रति कोई गल की गई वो क्षमा हो जाएगी, पर जिहड़ी पवित्र आत्मा के विरुद्ध करांगे वो माफ नहीं होएगी। पर फिर भी पवित्र आत्मा ने आपदे आप नूं अधीन रखिया। ਜਦੋਂ ਆਪਾਂ ਇਹ ਗੱਲ ਦੇਖਦੇ ਹਾਂ, ਜਦੋਂ ਆਪਾਂ ਨੂੰ ਕੋਈ ਅਥਾਰਟੀ ਮਿਲ ਜਾਂਦੀ, ਕੋਈ ਅਧਿਕਾਰ ਮਿਲ ਜਾਂਦਾ ਹੈ, ਤਾਂ ਆਪਣੇ ਆਪ ਨੂੰ ਵਧਾਉਣਾ ਨਹੀਂ ਚਾਹੀਦਾ ਬਲਕਿ ਘਟਾਉਣਾ ਚਾਹੀਦਾ ਹੈ, ਕਿਉਂਕਿ ਜੇ ਆਪਾਂ ਆਪਦੇ ਆਪ ਨੂੰ ਘਟਾਵਾਂਗੇ ਤੇ ਪ੍ਰਭੂ ਦਾ ਨਾਮ ਉੱਚਾ ਹੋਏਗਾ। ਤੇ ਜਦੋਂ ਆਪਾਂ ਇਸ ਵਚਨ ਨੂੰ ਵੇਖਦੇ ਆ, ਇੱਥੇ ਆਪਾਂ ਇਹ ਵੇਖਦੇ ਆ ਕਿ ਪ੍ਰਭੂ ਜਿਹੜਾ ਵਧਾਉਣ ਦੀ ਆਪਾਂ ਨੂੰ ਕੀ ਕਰਦਾ ਹੈ, ਇਹ ਸਿਖਾਉਂਦਾ ਹੈ ਕਿ ਕਿੱਦਾਂ ਆਪਾਂ ਪਹਿਲਾਂ ਘਟਣਾ ਹੈ। ਜਿਹੜਾ ਬੰਦਾ ਘਟ ਨਹੀਂ ਸਕਦਾ ਉਹ ਵੱਧ ਨਹੀਂ ਸਕਦਾ। ਹਾਲੇਲੂਇਆ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਚੇਂਜ ਕਰਨਾ ਹੈ। ਜਿਹੜੀਆਂ ਗੱਲਾਂ ਆਪਣੇ ਵਿੱਚ ਆਪਾਂ ਨੂੰ ठोकर का कारण बनदियां कि मैं कुछ हैगा, जिन्ना जिकर आप अपने विचों मैं नहीं मार देना कि मैं कुछ हैगा, कि मैं आ कर सकना, मैं वो कर सकना। जे करना तो प्रभु की महिमा ही करो। हालेलुया। जो कुछ भी करना है प्रभु की महिमा ही करो, अपनी मर्जी नाल नहीं, बल्कि वो जिहड़ा प्रभु दा आत्मा सिखांदा है। जे आप अपनी बुद्धि ना करांगे तो अपनी बुद्धि की हमेशा संसार दी गल्लां वल ध्यान लाएगी कि संसार विच की हो रहा है, ते संसार दे लोग की चाहते हैं। पर परमेश्वर दा वचन जो है संसारी गल्लां वल ध्यान नहीं लांदा, वो कहते उपर दी गल्लां वल ध्यान लाओ, तो टाइम दे टाइम तुहानूं सब कुछ दस्सिया जाएगा की करना है ते कदों करना है। सब तो पहला आपां करना है प्रभु यीशु नूं फॉलो करना। प्रभु यीशु ने अपने जीवन में किस तरह गवाही की अपने चेलियां की, किस तरह वो एक सर्वेंट तो यानी कि जो उन्हें कोई एक अधिकार आया सी कि सब कुछ कर सकता, पर उन्हें चूज किया कि मैं एक नौकर बना। प्रभु यीशु ने की किया कि मैं उन्हें चूज किया कि मैं की करा नौकर बना, तो नौकर की ना ही उन्होंने किया आपदे आप नूं चलाया। इत्थों आप ये देखने हैं कि प्रभु यीशु अपने आप को विधान नहीं आया, विखान नहीं आया, बल्कि परमेश्वर के नाम को उच्चा करना है। जो आप अपने आप को उच्चा करांगे तो आप कभी भी डिग सकते। जो आप परमेश्वर के नाम को उच्चा करांगे तो परमेश्वर आपको खड़ा करेगा। हालेलुया। 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 तो सब तो पहला प्रभु यीशु के पीछे चलना है, तो प्रभु यीशु के मार्ग पर चल के देखना है कि प्रभु यीशु ने अपने जीवन को किवें वधाया। सब तो पहला उन्हें जीवन की क्वालिटी सी कि वो सर्वेंट बने, यानी कि नौकर की तरह उन्होंने चलना शुरू किया। लोग इस तरह चलना शुरू किया, लोग भी उन्होंने वेख हैरान होंदे सी किस तरह का गुरु है कि जिहड़ा आपदे चेलियां दे पैर धोंदा पिया, कि लोग भी गल्लां सोचदे सीगे। जदों ये गल्लां अपने विच आ जाणगीआं, आपां प्रभु यीशु नूं वधाउणा शुरू कर दांगे आपदे जीवन 'च, ते आपां भी वधना शुरू हो जावांगे। जदों आपां जिन्ना चिर प्रभु यीशु नूं अपने जीवन विच वधाउणा शुरू नहीं करांगे ते आपां कदी भी वध नहीं सकदे। गलतियां हो जाती, सब तो गलतियां होंदी। जो आप पुराने नियम पढ़िए तो दाऊद तो बहुत गलतियां हुई, उन्हें बहुत मतलब कि इस तरह संघर्ष किया, गलतियां की माफ़ी करवाई। पर ये गलतियां तो आप हमेशा सीखने की कोशिश करनी है कि जे आप गलती की तो परमेश्वर उस गलती को दूर करेगा। ये नहीं है कि आप दुनिया के गलती नहीं करेंगे, गलतियां होंगियां, सब गलतियां होंगियां। आप परमेश्वर के जिन्हें भी दास वेख लीए, अब्राहम देख लीए, दाऊद नूं देख लीए, सुलेमान देख लीए, जिन्ने भी परमेश्वर के दास थे सारे को गलतियां हुई। हालेलुया। पर उन्होंने गलतियां दे विच रह के परमेश्वर के पीछे चलना शुरू किया, किदां कि प्रभु के सामने अधीन हो। ये नहीं कहा कि अपने पाप को परमेश्वर तो छुपाया। जो आप अपने पाप को परमेश्वर तो छुपाने उदों आप परमेश्वर तो दूर हो जाए। जिन्ना चिकर आप अपने पाप को, अपनी गलतियां को परमेश्वर सामने मानते नहीं हैं, उन्ना चिकर आप परमेश्वर के नेड़े नहीं आ सकते। तो परमेश्वर के नेड़े आने सब तो पहला कि जरूर है परमेश्वर के अधीन हो। जो आप परमेश्वर के अधीन हो गए, परमेश्वर अपने सारे कामों को पूरा करना
ਸ਼ੁਰੂ ਕਰ ਦੇਗਾ। ਤੇ ਇਸ ਲਈ ਆਪਾਂ ਇਸ ਗੱਲ ਨੂੰ ਧਿਆਨ ਰੱਖਣਾ ਕਿ ਹਮੇਸ਼ਾ ਜਦੋਂ ਆਪਾਂ ਚਰਚ ਚ ਆਣੇ ਆ, ਜਦੋਂ ਆਪਾਂ ਕਲੀਸਿਆ ਚ ਆਣੇ ਆ, ਕੋਸ਼ਿਸ਼ ਕਰੇ ਕਿ ਆਪਾਂ ਨਾ ਦੂਸਰੇ ਨੂੰ ਵਧਾਈਏ। ਹਾਲੇਲੂਇਆ। ਕੋਈ ਵਿਸ਼ਵਾਸ ਚ ਕਮਜ਼ੋਰ ਨੂੰ ਉੱਪਰ ਚੱਕੀਏ, ਜੇ ਕੋਈ ਮੰਨ ਲਓ ਕੋਈ ਗੀਤ ਚ ਕਮਜ਼ੋਰ ਨੂੰ ਗੀਤ ਗਾਣਾ ਸਿਖਾਈਏ, ਜੇ ਕੋਈ ਇਹਨੂੰ ਸਾਜ਼ ਵਜਾਉਣਾ ਨਹੀਂ ਆਉਂਦਾ, ਜੇ ਕੋਈ ਚਾਹੁੰਦਾ ਕਿ ਚੱਜ ਨਾਲ ਉਹਨੂੰ ਸਾਜ਼ ਚ ਵਧਾਈਏ। ਇਸ ਲਈ ਕਰਨਾ ਆਪਾਂ ਜੀ ਦੂਜਿਆਂ ਨੂੰ ਵਧਾਵਾਂਗੇ, ਪ੍ਰਭੂ ਆਪਾਂ ਨੂੰ ਵਧਾਏਗਾ। ਹਾਲੇਲੂਇਆ। ਇਹ ਨਹੀਂ ਸੋਚਣਾ ਕਿ ਚਲੋ ਮੈਨੂੰ ਆ ਗਿਆ ਮੈਂ ਸਾਰਾ ਕੁਝ ਕਰ ਲਾਂਗਾ, ਬਲਕਿ ਦੂਜਿਆਂ ਨੂੰ ਵੀ ਆਪਾਂ ਵਧਾਉਣਾ। ਹਾਲੇਲੂਇਆ। ਇਸ ਲਈ ਵਚਨ ਚ ਲਿਖਿਆ ਹੈ ਕਿ ਖੁਦ ਹੀ ਬਚਣਾ ਕਾਫੀ ਨਹੀਂ ਹੈ, ਦੂਸਰਿਆਂ ਨੂੰ ਵੀ ਬਚਾਉਣਾ ਜ਼ਰੂਰੀ ਹੈ। ਜਦੋਂ ਆਪਾਂ ਦੂਸਰੇ ਬਾਰੇ ਸੋਚਾਂਗੇ, ਜਦੋਂ ਆਪਾਂ ਆਪਣੇ ਨਾਲ ਦੂਸਰਿਆਂ ਬਾਰੇ ਸੋਚਾਂਗੇ, ਤਾਂ ਪ੍ਰਭੂ ਆਪਾਂ ਨੂੰ ਆਟੋਮੈਟਿਕਲੀ ਵਧਾਉਣਾ ਸ਼ੁਰੂ ਕਰ ਦੇਗਾ। ਤੇ ਇੱਥੇ ਸਭ ਤੋਂ ਪਹਿਲਾਂ ਪਿਤਾ ਨੇ ਕਿਹਦੇ ਬਾਰੇ ਸੋਚਿਆ? ਜਗਤ ਬਾਰੇ ਸੋਚਿਆ। ਹਾਲੇਲੂਇਆ। ਉਹਨੇ ਜਗਤ ਬਾਰੇ ਸੋਚਿਆ, ਜਗਤ ਨਾਲ ਪ੍ਰੇਮ ਕੀਤਾ, ਪ੍ਰੇਮ ਦੇ ਵਿੱਚ ਕੀ ਕੀਤਾ? ਉਹਨਾਂ ਨੇ ਆਪਣੇ ਪੁੱਤਰ ਨੂੰ ਦੇ ਦਿੱਤਾ। ਇਹ ਸਭ ਤੋਂ ਵੱਡੀ ਗੱਲ ਸੀ। ਜਦੋਂ ਆਪਾਂ ਪ੍ਰੇਮ ਕਰਦੇ ਹਾਂ ਨਾ ਕਿਸੇ ਨਾਲ, ਪ੍ਰੇਮ ਦੇ ਵਿੱਚ ਆਪਾਂ ਸਭ ਕੁਝ ਕਰ ਸਕਦੇ ਹਾਂ। ਫਿਰ ਉਸ ਤੋਂ ਬਾਅਦ ਜਦੋਂ ਪ੍ਰਭੂ ਯਿਸੂ ਨੇ ਕੀਤਾ, ਉਹਨਾਂ ਨੇ ਆਪਣੇ ਆਪ ਨੂੰ ਪਿਤਾ ਦੀ ਆਗਿਆ ਦੇ ਅਧੀਨ ਕਰ ਲਿਆ। ਉਹਨਾਂ ਨੇ ਆਪਣੀ ਇੱਛਾ ਨਹੀਂ ਪੂਰੀ ਕੀਤੀ, ਜਿਵੇਂ ਪਰਮੇਸ਼ਰ ਨੇ ਕਿਹਾ, ਜਿਵੇਂ ਉਹਦੀ ਇੱਛਾ ਸੀ ਉਸੇ ਤਰ੍ਹਾਂ ਪੂਰਾ ਕੀਤਾ। ਜਦੋਂ ਚੇਲਿਆਂ ਨੇ ਕਿਹਾ ਕਿ ਹਾਂ ਕਿ ਖਾਣਾ ਨਹੀਂ ਮਿਲਿਆ, ਉਹਨਾਂ ਨੇ ਕਿਹਾ ਕਿ ਮੇਰਾ ਜਿਹੜੀ ਭੁੱਖ ਪਿਆਸ ਸੀ ਕਿ ਮੇਰੇ ਪਿਤਾ ਦੀ ਇੱਛਾ ਨੂੰ ਪੂਰਾ ਕਰਨਾ। ਇਸ ਲਈ ਜਦੋਂ ਪ੍ਰਭੂ ਅਧੀਨ ਰਹਿੰਦਾ ਰਿਹਾ ਤਾਂ ਸਾਰੇ ਕੰਮ ਹੁੰਦੇ ਰਹੇ। ਤੇ ਫਿਰ ਉਸ ਤੋਂ ਬਾਅਦ ਜਦੋਂ ਪ੍ਰਭੂ ਯਿਸੂ ਚਲੇ ਵੀ ਗਏ, ਉਹਨਾਂ ਨੇ ਜਦੋਂ ਪਵਿੱਤਰ ਆਤਮਾ ਨੂੰ ਭੇਜਿਆ ਤਾਂ ਪਵਿੱਤਰ ਆਤਮਾ ਨੇ ਵੀ ਅਧੀਨ ਰਹਿ ਕੇ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ। ਏਦਾਂ ਨਹੀਂ ਕਿਹਾ ਕਿ ਹਾਂ ਵੀ ਮੈਂ ਸਭ ਕੁਝ ਕਰ ਸਕਣਾ, ਕੋਈ ਗੱਲ ਨਹੀਂ, ਪ੍ਰਭੂ ਯਿਸੂ ਨੇ ਤੇ ਜੋ ਸਿਖਾਇਆ ਮੈਂ ਵੀ ਸਿਖਾ। ਇਹ ਗੱਲਾਂ ਇਨਸਾਨਾਂ ਚ ਹੁੰਦੀਆਂ ਕਿ ਚਲੋ ਠੀਕ ਹੈ, ਤੁਹਾਡੇ ਪਾਸਟਰ ਨੇ ਸਿਖਾਇਆ ਮੈਂ ਵੀ ਸਿਖਾਣਾ। ਪਰ ਜਦੋਂ ਪ੍ਰਭੂ ਯਿਸੂ ਚ ਆਪਾਂ ਹੋ ਜਾਂਦੇ ਆ, ਉਦੋਂ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਉਹਨੇ ਆ ਸਿਖਾਇਆ, ਉਹਨੇ ਤਾਂ ਆਪਾਂ ਇਹ ਕਹਿੰਦੇ ਕਿ ਪ੍ਰਭੂ ਕੀ ਕਹਿੰਦਾ। ਹਾਲੇਲੂਇਆ। ਪ੍ਰਭੂ ਨੇ ਕੀ ਯਾਦ ਦਿਵਾਇਆ ਆਪਾਂ ਨੂੰ? ਪ੍ਰਭੂ ਹਮੇਸ਼ਾ ਉਹ ਗੱਲਾਂ ਯਾਦ ਦਿਵਾਏਗਾ ਜਿਹੜੀਆਂ ਗੱਲਾਂ ਆਪਣੇ ਭਲੇ ਦੀ। ਹਾਲੇਲੂਇਆ। ਜਿਹੜੇ ਗੱਲਾਂ ਕਲੀਸਿਆ ਦੇ ਭਲੇ ਦੀ। ਤੇ ਕਲੀਸਿਆ ਕਦੋਂ ਵਧੇਗੀ? ਜਦੋਂ ਆਪਾਂ ਇੱਕ ਦੂਜੇ ਦੇ ਅਧੀਨ ਹੋ ਜਾਵਾਂਗੇ, ਇੱਕ ਦੂਜੇ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਆਪਾਂ ਆਪਦੇ ਆਪ ਨੂੰ ਵਧਾਉਣ ਦੀ ਕੋਸ਼ਿਸ਼ ਕਰਾਂਗੇ, ਨਾ ਤਾਂ ਕਲੀਸਿਆ ਵਧੇਗੀ, ਨਾ ਆਪਾਂ ਪ੍ਰਭੂ ਚ ਵਧਾਂਗੇ। ਜਦੋਂ ਆਪਾਂ ਇੱਕ ਦੂਜੇ ਨੂੰ ਵਧਾਉਣ ਦੀ ਕੋਸ਼ਿਸ਼ ਕਰਾਂਗੇ, ਪ੍ਰਭੂ ਆਪਾਂ ਨੂੰ ਵਧਾਏਗਾ ਤੇ ਉਹਨਾਂ ਨੇ ਵਧਾਏਗਾ। ਹਾਲੇਲੂਇਆ। ਇਹ ਆਪਾਂ ਜਦੋਂ ਤਿੰਨ ਚੀਜ਼ਾਂ ਵੇਖਦੇ ਆ ਕਿ ਪਿਤਾ, ਪੁੱਤਰ ਤੇ ਪਵਿੱਤਰ ਆਤਮਾ, ਹੈਗੇ ਇੱਕ ਹੀ ਆ ਪਰ ਇਹਨਾਂ ਦੇ ਕੰਮ ਅਲੱਗ-ਅਲੱਗ ਆ। ਪਿਤਾ ਨੇ ਕੀਤਾ, ਪੁੱਤਰ ਨੂੰ ਉਹ ਕੰਮ ਸੌਂਪਿਆ, ਔਰ ਪੁੱਤਰ ਨੇ ਕੀਤਾ ਅਧੀਨਗੀ ਨਾਲ ਕੰਮ ਨੂੰ ਪੂਰਾ ਕੀਤਾ। ਫਿਰ ਪੁੱਤਰ ਜਦੋਂ ਇਸ ਦੁਨੀਆ ਤੋਂ ਚਲਾ ਗਿਆ, ਪਵਿੱਤਰ ਆਤਮਾ ਨੂੰ ਭੇਜਿਆ। ਹੁਣ ਪਵਿੱਤਰ ਆਤਮਾ ਕੀ ਕਰਦਾ ਪਿਆ? ਉਹ ਸਾਰੇ ਕੰਮ ਜਿਹੜੇ ਪੁੱਤਰ ਨੇ ਕੀਤੇ ਸੀ ਉਹ ਆਪਾਂ ਨੂੰ ਯਾਦ ਦਿਵਾਉਂਦਾ ਪਿਆ। ਜੇ ਆਪਾਂ ਉਹ ਗੱਲਾਂ ਨੂੰ ਯਾਦ ਕਰਕੇ ਪ੍ਰਭੂ ਦੇ ਪਿੱਛੇ ਚੱਲਾਂਗੇ, ਪਵਿੱਤਰ ਆਤਮਾ ਦੇ ਅਧੀਨ ਰਹਿ ਕੇ ਚੱਲਾਂਗੇ, ਤਾਂ ਆਪਾਂ ਨੂੰ ਪਰਮੇਸ਼ਰ ਜ਼ਰੂਰ ਵਧਾਏਗਾ। ਹਾਲੇਲੂਇਆ। ਵਧਾਉਣ ਵਾਲਾ ਕੌਣ ਹੈ? ਪਰਮੇਸ਼ਰ। ਕੋਈ ਇਨਸਾਨ ਨਹੀਂ ਵਧਾ ਸਕਦਾ। ਇਨਸਾਨ ਤੁਹਾਨੂੰ ਥੋੜੇ ਸਮੇਂ ਦੀ ਕੋਈ ਆਜ਼ਾਦੀ ਦੇ ਸਕਦਾ ਕਿ ਤੁਸੀਂ ਆਹ ਕੰਮ ਕਰ ਲਓ। ਹਾਲੇਲੂਇਆ। ਜੇ ਮੰਨ ਲਓ ਕਿ ਕਲਾਸ 'ਚ ਬੱਚੇ ਪੜ੍ਹਦੇ ਨੇ ਤੇ ਥੋੜੇ ਸਮੇਂ ਲਈ ਉਹਨੂੰ ਮੋਨੀਟਰ ਬਣਾ ਦਿੰਦੇ ਨੇ। ਮੰਨ ਲਓ 10ਵੀਂ 'ਚ ਪੜ੍ਹਦਾ, 11ਵੀਂ 'ਚ ਪੜ੍ਹਦਾ, 12ਵੀਂ 'ਚ ਪੜ੍ਹਦਾ, ਉਹਨੂੰ ਮੋਨੀਟਰ ਬਣਾ ਦਿੰਦੇ। ਪਰ ਜੇ ਉਹਦਾ ਵਧੀਆ ਕਰਦਾ ਰਿਹਾ, ਮੋਨੀਟਰ ਦਾ ਕੀ ਕੰਮ ਹੁੰਦਾ ਹੈ ਮੇਨ? ਕਿ ਉਹ ਦੂਜਿਆਂ ਨੂੰ ਅੱਗੇ ਸਿਖਾਵੇ। ਮੋਨੀਟਰ ਦਾ ਮੇਨ ਇਹ ਕੰਮ ਹੁੰਦਾ ਹੈ। ਪਰ ਅੱਜ ਕੱਲ੍ਹ ਦੇ ਮੋਨੀਟਰ ਕੀ ਆ ਕਿ ਮੋਨੀਟਰ ਬਣ ਗਿਆ ਤੇ ਬਾਅਦ 'ਚ ਫਿਰ ਰੋਬ ਦਿਖਾਉਣ ਲੱਗ ਜਾਂਦੇ ਕਿ ਹਾਂ ਮੈਂ ਤਾਂ ਆਹ ਕਰ ਦੇਣਾ, ਮੈਨੂੰ ਮੈਡਮ ਨੇ ਖੜਾ ਕੀਤਾ ਕਿ ਜੇ ਮੇਰੇ ਕੋਲ ਬੋਲਿਆ ਨਾ ਤਾਂ ਮੈਂ ਸ਼ਿਕਾਇਤ ਲਾ ਦੂੰ ਤੇਰੀ। ਜਿਹਨੂੰ ਸਮਝ ਨਹੀਂ ਆ ਰਿਹਾ ਉਹਨੂੰ ਸਮਝਾਵੇ ਤੇ ਉਹਨੂੰ ਵੀ ਉਸ ਤਰੀਕੇ ਨਾਲ ਹੁਸ਼ਿਆਰ ਕਰ ਦੇਵੇ ਜਿਵੇਂ ਉਹ ਹੁਸ਼ਿਆਰ ਹੈ, ਤਾਂ ਕਿ ਸਾਰੀ ਕਲਾਸ ਅੱਛਾ ਪਰਫਾਰਮ ਕਰੇ। ਤੇ ਫਿਰ ਨਾਮ ਕਿਹਦਾ ਹੋਏਗਾ? ਟੀਚਰ ਦਾ। ਕਿ ਪੜਾਇਆ ਕਿੰਨੇ ਸੀ? ਟੀਚਰ ਨੇ। ਪਰ ਕੰਮ ਕੌਣ ਕਰਦੇ ਪਏ ਨੇ? ਸਾਰੇ ਕਰਦੇ ਪਏ ਮੋਨੀਟਰ ਉਹਨਾਂ ਦੀ ਹੈਲਪ ਕਰਦਾ ਪਿਆ। ਉਸੇ ਤਰ੍ਹਾਂ ਜਦੋਂ ਆਪਾਂ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਨੂੰ ਦੇਖਦੇ ਹਾਂ, ਕੰਮ ਇਹ ਤਿੰਨਾਂ ਦਾ ਇੱਕ ਹੀ ਹੈ ਕਿ ਸਾਰਿਆਂ ਨੂੰ ਪਰਮੇਸ਼ਰ ਨਾਲ ਜੋੜਨਾ। ਕੰਮ ਤਿੰਨਾਂ ਦਾ ਕੀ ਹੈ? ਕਿ ਸਾਰਿਆਂ ਨੂੰ ਪਰਮੇਸ਼ਰ ਨਾਲ ਜੋੜਨਾ। ਜਿਹੜਾ ਰਿਸ਼ਤਾ ਆਦਮ ਕਰਕੇ ਟੁੱਟ ਗਿਆ ਸੀ ਉਹਨੂੰ ਫਿਰ ਬਣਾਉਣਾ। ਪਰ ਕੀ ਜਦੋਂ ਆਪਾਂ ਇਸ ਕੰਮ ਨੂੰ ਸਮਝਣ ਦੀ ਕੋਸ਼ਿਸ਼ ਕਰਨੇ ਆ, ਉਸ ਸਮਝਣ ਨੂੰ ਸਭ ਤੋਂ ਪਹਿਲਾਂ ਆਪਾਂ ਨੂੰ ਕਰਨਾ ਪਰਮੇਸ਼ਰ ਦੇ ਅਧੀਨ ਹੋਣਾ ਪਏਗਾ। ਜਿੰਨਾ ਚਿਰ ਆਪਾਂ ਪਰਮੇਸ਼ਰ ਦੇ ਅਧੀਨ ਨਹੀਂ ਹੁੰਦੇ, ਜਿੰਨਾ ਮਰਜ਼ੀ ਆਪਾਂ ਚਰਚ ਆ ਜਾਈਏ, ਜਿੰਨਾ ਮਰਜ਼ੀ ਆਪਾਂ ਆਰਾਧਨਾ ਪ੍ਰਾਰਥਨਾ ਕਰ ਲਈਏ, ਅਧੀਨਗੀ ਜਿਹੜਾ ਨਾ ਸਭ ਤੋਂ ਪਹਿਲਾਂ ਆਪਣੇ ਜੀਵਨ 'ਚ ਹੋਣਾ ਚਾਹੀਦਾ ਹੈ ਕਿ ਦੂਜੇ ਨੂੰ ਆਪਾਂ ਅੱਗੇ ਵਧਾਵਾਂ। ਹਾਲੇਲੂਇਆ। ਤੁਸੀਂ ਹਮੇਸ਼ਾ ਜਦੋਂ ਤੁਹਾਡੇ ਮਨ 'ਚ ਇਹ ਗੱਲ ਆ ਰਹੀ ਹੈ ਕਿ ਹਾਂ ਤੁਹਾਨੂੰ ਨਹੀਂ ਕਹਿ ਰਿਹਾ, ਜਸਟ ਐਗਜ਼ਾਮਪਲ ਦੇ ਰਿਹਾ। ਕਿਸੇ ਨੇ ਨਹੀਂ ਕਹਿਣਾ ਕਿ ਮੈਨੂੰ ਕਿਹਾ ਕਿੱਦਾਂ ਕਿਹਾ, ਜਸਟ ਐਗਜ਼ਾਮਪਲ ਦੇ ਰਿਹਾ। ਜਦੋਂ ਆਪਾਂ ਗੀਤ ਗਾਣੇ ਆ, ਗੀਤ ਦੇ ਵਿੱਚ ਵੀ ਅਧੀਨਗੀ ਹੋਣੀ ਚਾਹੀਦੀ। ਕਿਸ ਤਰ੍ਹਾਂ? ਇੱਕ ਲੀਡ ਕਰ ਰਿਹਾ, ਦੂਜਾ ਪਿੱਛੇ ਚੱਲਣਾ ਚਾਹੀਦਾ। ਇਸ ਤਰ੍ਹਾਂ ਨਹੀਂ ਇੱਕ ਲੀਡ ਕਰ ਰਿਹਾ, ਦੂਜਾ ਓਵਰਕਮ ਹੋ ਜਾਏ। ਸਮਝ ਆ ਰਹੀ? ਮੰਨ ਲਓ ਕਿ ਇੱਕ ਲੀਡ ਕਰ ਰਿਹਾ, ਦੂਜੇ ਨੂੰ ਕੀ ਕਰਨਾ? ਪਿੱਛੇ ਗਾਣਾ ਚਾਹੀਦਾ ਹੈ। ਇਦਾਂ ਨਹੀਂ ਕਿ ਇੱਕ ਲੀਡ ਕਰ ਰਿਹਾ ਤੇ ਦੂਜਾ ਆਪਦਾ ਸਟੈਪ ਉੱਤੇ ਚੱਕ ਲਵੇ, ਲੀਡ ਗਾਣਾ ਦਾ ਥੱਲੇ ਰਹਿ ਜਾਵੇ। ਹਾਲੇਲੂਇਆ। ਇਹ ਜਿਸ ਵਿੱਚ ਆਪਾਂ ਚਾਹੇ ਜਿੰਨੇ ਮਰਜ਼ੀ ਚਮਤਕਾਰ ਕਰ ਲਓ, ਚਾਹੇ ਜਿੰਨੇ ਮਰਜ਼ੀ ਆਰਾਧਨਾ ਕਰ ਲਓ, ਪਰ ਆਪਾਂ ਨੂੰ ਇਹ ਗੱਲ ਸਿੱਖਣੀ ਹੈ ਕਿ ਆਪਾਂ ਦੂਜੇ ਨੂੰ ਆਪਦੇ ਤੋਂ ਵਧੀਆ ਸਮਝਣਾ ਹੈ। ਜਿਸ ਤਰ੍ਹਾਂ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਨੇ ਇੱਕ ਦੂਜੇ ਨੂੰ ਉੱਪਰ ਚੱਕਣਾ ਚਾਹਿਆ।
ਜੇ ਆਪਾਂ ਕਹੀਏ ਨਾ ਕਿ ਕੁਝ ਲੋਕ ਇਹ ਕਹਿੰਦੇ ਕਿ ਯਿਸੂ ਮਸੀਹ ਕੀ ਹੈ, ਪਰਮੇਸ਼ਰ ਨਹੀਂ ਹੈ। ਜਿਹੜੇ ਮਤਲਬ ਕਿ ਕਲਟ ਹੁੰਦੇ ਨੇ, ਜਿਹੜੇ ਗਲਤ ਸਿੱਖਿਆ ਦਿੰਦੇ ਨੇ, ਉਹ ਕਹਿੰਦੇ ਨੇ ਕਿ ਯਿਸੂ ਮਸੀਹ ਨੂੰ ਪਰਮੇਸ਼ਰ ਨੇ ਬਣਾਇਆ। ਪਰ ਜਦੋਂ ਆਪਾਂ ਵਚਨ ਦੀ ਗਹਿਰਾਈ 'ਚ ਜਾਂਦੇ ਆ, ਜਦੋਂ ਆਪਾਂ ਇਬਰਾਨੀਆਂ ਦੀ ਕਿਤਾਬ ਨੂੰ ਪੜ੍ਹਦੇ ਆ, ਉੱਥੇ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਪਰਮੇਸ਼ਰ ਕਰਕੇ ਪੁਕਾਰਿਆ। ਤੇ ਇੱਥੋਂ ਆਪਾਂ ਇਹ ਗੱਲ ਵੇਖਦੇ ਆ ਕਿ ਤਿੰਨੇ ਹੀ ਇੱਕ ਨੇ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਕਿਸੇ ਨੂੰ ਬਣਾਉਣ ਵਾਲਾ ਨਹੀਂ, ਕਿਉਂਕਿ ਆਤਮਾ ਹੈ। ਆਤਮਾ ਕੀ ਹੈ? ਸਰੀਰ ਨਹੀਂ ਹੈ। ਔਰ ਆਤਮਾ ਦੇ ਵਿੱਚ ਜਦੋਂ ਆਪਾਂ ਹੁੰਦੇ ਆ ਨਾ, ਤਾਂ ਉੱਥੇ ਸਿਰਫ ਇੱਕ ਆਤਮਾ ਹੈ, ਕੋਈ ਮਾਤਾ ਪਿਤਾ ਨਹੀਂ। ਇੱਕ ਉਦਾਹਰਨ ਦਿੱਤੀ ਗਈ ਹੈ, ਪਿਤਾ ਪੁੱਤਰ ਤੇ ਪਵਿੱਤਰ ਆਤਮਾ ਹੈਗੇ ਇੱਕੋ ਹੀ ਨੇ, ਪਰ ਇਹਨਾਂ ਦੇ ਕੰਮ ਅਲੱਗ-ਅਲੱਗ ਨੇ। ਇਸ ਲਈ ਆਪਾਂ ਕਰਨਾ ਹੈ ਜਿਸ ਤਰ੍ਹਾਂ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਨੇ ਇਹ ਤਿੰਨੇ ਕੰਮ ਕੀਤੇ ਕਿ ਉਹਨਾਂ ਨੇ ਆਪਣੇ ਆਪ ਨੂੰ ਅਧੀਨ ਕੀਤਾ। ਪਿਤਾ ਨੇ ਪ੍ਰੇਮ ਕੀਤਾ ਜਗਤ ਨਾਲ ਤੇ ਆਪਣੇ ਆਪ ਨੂੰ ਅਧੀਨ ਕਰਕੇ ਆਪਣੇ ਪੁੱਤਰ ਨੂੰ ਦੇ ਦਿੱਤਾ। ਪੁੱਤਰ ਨੇ ਆਪਣੇ ਆਪ ਨੂੰ ਅਧੀਨ ਕਰਕੇ ਜਗਤ ਲਈ ਆਪਣੀ ਜਾਨ ਦੇ ਦਿੱਤੀ। ਫਿਰ ਪਵਿੱਤਰ ਆਤਮਾ ਨੇ ਪ੍ਰਭੂ ਯੀਸ਼ੂ ਦੇ ਅਨੁਸਾਰ ਜੋ ਗੱਲਾਂ ਪ੍ਰਭੂ ਯੀਸ਼ੂ ਨੇ ਕੀਤੀਆਂ ਆਪਣੀ ਯਾਦ ਦਿਵਾਉਣੀਆਂ ਸ਼ੁਰੂ ਕੀਤੀਆਂ। ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕੀਤਾ। ਉਸੇ ਤਰ੍ਹਾਂ ਆਪਾਂ ਵੀ ਜੋ ਕਲੀਸਿਆ 'ਚ ਹੁੰਦੇ ਆ, ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰਨਾ। ਜਦੋਂ ਕਲੀਸਿਆ ਦੇ ਪਾਸਟਰ ਸਾਹਿਬਾਨ ਤੁਹਾਨੂੰ ਕੋਈ ਗੱਲ ਕਹਿੰਦੇ ਨੇ, ਆਹ ਕੰਮ ਕਰਨਾ, ਇਸ ਤਰ੍ਹਾਂ ਉਸ ਤਰ੍ਹਾਂ ਕਰਨਾ ਸ਼ੁਰੂ ਕਰੀਏ, ਕਿਉਂਕਿ ਉਹ ਆਪਣੇ ਭਲੇ ਲਈ ਕਰਦੇ। ਹਾਲੇਲੂਇਆ। ਜੇ ਕੋਈ ਵੱਡਾ ਕਿਸੇ ਨੂੰ ਡਾਂਟਦਾ ਹੈ, ਕਿੰਦੇ ਲਈ ਕਰਦਾ? ਆਪਣੇ ਭਲੇ ਲਈ ਕਰਦਾ ਹੈ। ਤੇ ਜਦੋਂ ਆਪਾਂ ਅਧੀਨਗੀ ਦੇ ਵਿੱਚ ਰਹਿੰਦੇ ਆ ਤਾਂ ਆਪਾਂ ਨੂੰ ਇੱਕ ਲੀਡਰਸ਼ਿਪ ਮਿਲ ਜਾਂਦੀ। ਹਾਲੇਲੂਇਆ। ਔਰ ਪ੍ਰਭੂ ਯੀਸ਼ੂ ਨੂੰ ਜਿਹੜਾ ਸਥਾਨ ਪਰਮੇਸ਼ਰ ਨੇ ਦਿੱਤਾ ਹੈ ਔਰ ਜਿਹੜਾ ਆਪਾ ਦਿੱਤਾ ਹੈ, ਕਿਉਂ ਦਿੱਤਾ? ਕਿਉਂਕਿ ਉਹ ਅਧੀਨ ਰਹਿ ਕੇ ਅਧੀਨ ਰਿਹਾ, ਅਧੀਨਗੀ ਦੇ ਵਿੱਚ ਰਿਹਾ, ਆਪਣਾ ਜੀਵਨ ਪਹਿਲਾਂ ਵਧਾਇਆ, ਆਪਣੇ ਮਾਤਾ ਪਿਤਾ ਬਾਰੇ ਵੀ ਸੋਚਿਆ, ਦੁਨਿਆਵੀ ਮਾਤਾ ਪਿਤਾ ਬਾਰੇ ਵੀ ਸੋਚਿਆ, ਔਰ ਪਰਮੇਸ਼ਰ ਦੇ ਕੰਮਾਂ ਨੂੰ ਕੀਤਾ। ਇਸ